ਹੈਲੋ ਦੋਸਤੋ, ਕੱਲ੍ਹ ਆਪਾਂ ਪੰਜਾਬੀ ਦੀ ਗ੍ਰਾਮਰ ਦਾ ਪਹਿਲਾ ਪਾਠ ਕੀਤਾ ਸੀ ਜੀ। ਉਹਦੇ ਵਿੱਚ ਆਪਾਂ ਨਾਮ, ਪੜਨਾਮ, ਕਿਰਿਆ, ਲਿੰਗ ਦੇ ਵਚਨ ਕੀਤੇ ਸੀ ਜੀ। ਅਤੇ ਥਿਊਰੀ ਕਰਾਈ ਸੀ ਮੈਂ, ਕਿਉਂਕਿ ਤੁਹਾਨੂੰ ਮੈਂ ਦੱਸਿਆ ਕਿ ਜੇ ਥਿਊਰੀ ਕੀਤੀ ਹੋਊਗੀ ਤੁਹਾਨੂੰ ਕੋਈ ਵੀ MCQ ਬਣੂਗਾ, ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੀ। ਅਤੇ ਅੱਜ ਆਪਾਂ ਸ਼ੁੱਧ ਅਸ਼ੁੱਧ, ਸ਼ਬਦ ਜੋੜ ਅਤੇ ਅਗੇਤਰ ਅਤੇ ਪਿਛੇਤਰ ਕਰਾਂਗੇ ਜੀ। ਉਸ ਤੋਂ ਬਾਅਦ ਜਦੋਂ ਹੋਊਗਾ ਟਾਈਮ ਅਤੇ ਸਮਾਨਾਰਥਕ ਅਤੇ ਵਿਰੋਧੀ ਸ਼ਬਦ ਮੈਂ ਕਰਾਂਗਾ ਜੀ, ਕਿਉਂਕਿ ਇਹ ਦੋਵੇਂ ਇੱਕ ਵੀਡੀਓ ਕਰਾਂਗਾ ਕਿਉਂਕਿ ਜ਼ਿਆਦਾ ਆ ਜੀ। ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਵੀਡੀਓ ਹੋਊਗੀ ਖਾਣ ਨਾਲ ਸੰਬੰਧਿਤ ਹੋਊਗੀ, ਫਿਰ ਮੁਹਾਵਰੇ ਨਾਲ, ਅਤੇ ਫਿਰ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਵੀ ਮੈਂ ਕਰਾਂਗਾ ਜੀ ਸਮਾਨਾਰਥਕ ਨਾਲ ਜਾਂ ਕਿਸੇ ਨਾ ਕਿਸੇ ਨਾਲ ਜੋੜਾਂਗਾ ਜੀ, ਕਿ ਤੁਹਾਨੂੰ ਇੱਕ ਜਾਂ ਦੋ ਤਿੰਨ ਵੀਡੀਓ 'ਚ ਸਾਰੀ ਇਨਫੋਰਮੇਸ਼ਨ ਦਿੱਤੀ ਜਾਵੇ, ਤਾਂ ਜੋ ਤੁਹਾਡਾ ਵੀ ਟਾਈਮ ਨਾ ਖ਼ਰਾਬ ਹੋਵੇ ਨਾ, ਕਿਉਂਕਿ ਟਾਈਮ ਤਾਂ ਠੀਕ ਹੈਗਾ ਹੀ ਨਹੀਂ ਕਿਸੇ ਤੋਂ, ਕਿਉਂਕਿ ਬਾਕੀ ਟੋਪਿਕ ਵੀ ਕਰਨੇ ਆਪਾਂ। ਅਤੇ ਪੰਜਾਬ GK ਆਪਾਂ ਕਰ ਚੁੱਕੇ ਹਾਂ ਜੀ ਸਾਰੀ, ਅਤੇ ਉਹਦੇ 'ਚ ਕੁਛ ਪਾਰਟ ਰਹਿ ਗਏ, ਉਹ ਮੈਂ ਤੁਹਾਨੂੰ ਜਲਦੀ ਕਰਾ ਦਾਂਗਾ ਜੀ। ਅਤੇ ਬਾਕੀ ਥਿਊਰੀ ਦੇ ਵਿੱਚ ਮੈਂ ਕਰਾ ਰਿਹਾ ਜੀ, ਅਤੇ ਜਿਹੜਾ ਪੰਜਾਬੀ ਦੇ ਵਿੱਚ ਸਟੱਡੀ ਕਰਨਾ ਚਾਹੁੰਦਾ ਕਰ ਸਕਦਾ ਵਾ। ਬਾਕੀ ਆਪਣੇ ਨੋਟਸ ਤਿਆਰ ਕਰਦੇ ਰਹੋ ਜੀ ਵੀਡੀਓ ਨੂੰ ਦੇਖ ਕੇ, ਕਿਉਂਕਿ ਮੈਂ ਤੁਹਾਨੂੰ ਸਿਰਫ ਉੱਤੋਂ ਤੋਂ ਦੱਸਣੀ ਕੀ ਚੀਜ਼ਾਂ, ਅਤੇ ਤੁਸੀਂ ਵੀਡੀਓ ਪਾਜ਼ ਕਰਕੇ ਵੀ ਦੇਖ ਸਕਦੇ ਹੋ। ਅਤੇ ਹੁਣ ਆਪਾਂ ਜ਼ਿਆਦਾ ਟਾਈਮ ਨਾ ਖ਼ਰਾਬ ਕਰਦੇ ਹੋਏ ਆਪਾਂ ਅੱਗੇ ਵਧਦੇ ਹਾਂ ਜੀ ਆਪਣੀ ਸਟੱਡੀ ਵੱਲ। ਅਤੇ ਆਪਾਂ ਸ਼ਬਦ ਰਚਨਾ ਦੇ ਵਿੱਚ ਕਰਾਂਗੇ ਜੀ ਪਹਿਲਾਂ ਅਗੇਤਰ ਅਤੇ ਪਿਛੇਤਰ। ਅਤੇ ਤੁਹਾਨੂੰ ਪਤਾ ਹੀ ਇਹਦੇ ਸ਼ਬਦ ਕਿੱਦਾਂ ਬਣਦੇ ਆ ਜੀ, ਅੱਖਰਾਂ ਲੱਗਾ ਅਤੇ ਲਗਾ ਅੱਖਰਾਂ ਦੇ ਮੇਲ ਨਾਲ ਕੀ ਸ਼ਬਦ ਬਣਦੇ ਆ, ਕਿਉਂਕਿ ਹਰੇਕ ਸ਼ਬਦ ਵਿੱਚ ਕੰਨਾ, ਬਿਹਾਰੀ, ਬਿਹਾਰੀ, ਠੀਕ ਆ ਜੀ, ਲਗਾਖਰ ਕਈ ਲੱਗੇ ਹੁੰਦੇ ਆ, ਟਿੱਪੀ ਅਦਕ, ਇਹਨਾਂ ਚੀਜ਼ਾਂ ਨੂੰ ਮਿਲ ਕੇ ਬਣਦੇ ਆ ਜੀ, ਸ਼ਬਦ ਬਣਦੇ ਆ। ਤਾਂ ਜਿਹੜੇ ਇਹ ਵੀ ਅੱਗੇ ਦੋ ਕਿਸਮਾਂ ਹੁੰਦੀਆਂ ਨੇ ਸ਼ਬਦ ਦੀਆਂ ਜੀ, ਮੂਲ ਅਤੇ ਰਚਿਤ। ਅਤੇ ਮੂਲ ਸ਼ਬਦ ਉਹ ਹੁੰਦੇ ਜੋ ਆਪਣੇ ਆਪ ਨੂੰ ਇੱਕ ਪੂਰਨ ਇਕਾਈ ਹੁੰਦੇ ਆ ਜੀ, ਅਤੇ ਜਿਨ੍ਹਾਂ ਨੂੰ ਸ਼ਬਦ ਨੂੰ ਤਾਂ ਤੋੜਿਆ ਨਹੀਂ ਜਾ ਸਕਦਾ। ਅਤੇ ਇਹ ਆ ਕਿ ਇਹਨੂੰ ਆਪਾਂ ਜੇ ਵੱਖ ਕਰ ਦਈਏ ਨਾ, ਕੋਈ ਅਰਥ ਨਹੀਂ ਬਣਦਾ, ਆਪਾਂ ਤੋੜ ਨਹੀਂ ਸਕਦੇ, ਠੀਕ ਆ, ਆਪਣੇ ਆਪ ਵਿੱਚ ਇੱਕ ਪੂਰਨ ਇਕਾਈ ਆ। ਅਤੇ ਜਿਹੜਾ ਰਚਿਤ ਸ਼ਬਦ ਆ ਜੀ, ਅਤੇ ਇਹਦੀਆਂ ਅੱਗੇ ਦੋ ਕਿਸਮਾਂ ਹੁੰਦੀਆਂ, ਸਮਾਸੀ ਅਤੇ ਦੂਜਾ ਉਤਪੰਨ। ਅਤੇ ਸਮਾਸ ਦਾ ਅਰਥ ਹੁੰਦਾ ਹੈ ਜੋੜਨ ਦਾ ਸੰਖੇਪ, ਜਿਹਦਾ ਦੋ ਜਾਂ ਦੋ ਤਿੰਨ ਸ਼ਬਦਾਂ ਤੋਂ ਜੁੜ ਕੇ ਉਹਨਾਂ ਦਾ ਸੰਖੇਪ ਰੂਪ ਬਣਾਇਆ ਜਾਂਦਾ ਵਾ, ਦੋ ਤਿੰਨ ਸ਼ਬਦਾਂ ਨੂੰ ਬਣ ਕੇ ਇੱਕ ਵਰਡ ਬਣਦਾ ਜੀ, ਠੀਕ ਆ। ਤਾਂ ਉਹਨੂੰ ਆਪਾਂ ਕਹਿੰਦੇ ਆ ਜੀ ਸਮਾਸੀ ਸ਼ਬਦ, ਜਿੱਦਾਂ ਸੱਜ ਵਿਆਹੀ ਜਾਂ ਹੱਥ ਨੂੰ ਲੱਗਣ ਵਾਲੀ ਕੜੀ, ਹੱਥ ਖੜੀ ਜਿਹਨੂੰ ਕਹਿ ਦਿੰਦੇ ਆ ਜੀ। ਹੱਥ ਇੱਕ ਵੱਖਰਾ ਵਾ, ਕੜੀ ਇੱਕ ਵੱਖਰੀ ਆ ਜੀ, ਇਹ ਸ਼ਬਦ ਮਿਲ ਕੇ ਬਣੇ ਆ, ਦੋ ਸ਼ਬਦਾਂ ਨੂੰ ਮਿਲ ਕੇ ਜਿਹੜਾ ਬਣਦਾ ਉਹ ਸਮਾਸੀ ਆਉਂਦਾ ਜੀ। ਅਤੇ ਜਿਹੜਾ ਇਕੱਲਾ ਹੀ ਬਣਦਾ ਉਹ ਅੱਗੇ ਵੰਡਿਆ ਨਹੀਂ ਜਾਂਦਾ, ਉਹ ਦੂਜਾ ਆਉਂਦਾ ਵਾ ਮੂਲ ਸ਼ਬਦ ਵਿੱਚ। ਅਤੇ ਉਤਪੰਨ ਦੀ ਗੱਲ ਕਰਦੇ ਹਾਂ ਜੀ ਆਪਾਂ, ਅਤੇ ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਾ ਕੇ ਜਾਂ ਪਿਛੇਤਰ ਲਾ ਕੇ ਬਣਾਇਆ ਜਾਂਦਾ ਜੀ, ਉਹਨੂੰ ਉਤਪੰਨ ਸ਼ਬਦ ਕਹਿੰਦੇ ਆ ਜੀ। ਅਤੇ ਤੁਹਾਨੂੰ ਪੁੱਛ ਸਕਦੇ ਆ ਕਿ ਸ਼ਬਦ ਦੇ ਕਿਹੜੇ ਵਿੱਚ ਪਾਠ ਦੇ ਵਿੱਚ ਅਗੇਤਰ ਅਤੇ ਪਿਛੇਤਰ ਲੱਗਦੇ ਆ ਜੀ, ਉਤਪੰਨ ਸ਼ਬਦ ਵਿੱਚ ਲੱਗਦੇ ਆ ਜੀ। ਇਸ ਗੱਲ ਨੂੰ ਸਾਰਿਆਂ ਨੇ ਧਿਆਨ ਰੱਖਣਾ ਜੀ। ਅਤੇ ਅਗੇਤਰ ਅਤੇ ਪਿਛੇਤਰ ਦਾ ਮਤਲਬ ਕੀ ਆ ਜੀ, ਕਿ ਜਿਹੜਾ ਵੀ ਆਪਾਂ ਕੋਈ ਸ਼ਬਦ ਆ ਜੀ, ਜੇ ਤਾਂ ਉਹਦੇ ਕੋਈ ਅੱਗੇ ਚੀਜ਼ ਲਾ ਕੇ ਸ਼ਬਦ ਬਣਦਾ ਵਾ, ਉਹਨੂੰ ਅਗੇਤਰ ਕਹਿੰਦੇ ਆ, ਜਾਂ ਕਿਸੇ ਦੇ ਪਿੱਛੇ ਲਾ ਕੇ ਅੱਖਰ ਬਣਦਾ ਜੀ, ਉਹਨੂੰ ਪਿਛੇਤਰ ਕਹਿੰਦੇ ਆ, ਠੀਕ ਆ ਜੀ। ਅਤੇ ਤੁਹਾਨੂੰ ਮੈਂ ਥੋੜ੍ਹੀ ਜਿਹੀ ਐਗਜ਼ੈਂਪਲ ਦਿੰਦਾ, ਜਿੱਦਾਂ ਮੰਨ ਲਓ ਕਿ ਊ ਦੀ ਗੱਲ ਕਰਦੇ ਹਾਂ, ਊ, ਊੜੇ ਔਂਕੜ, ਤਾਂ ਉਹਦੇ ਨਾਲ ਖੜਨਾ ਇੱਕ ਵੱਖਰਾ ਸ਼ਬਦ ਆ ਜੀ। ਜੇ ਉਹਦੇ ਆਪਾਂ ਅੱਗੇ ਊ ਲਾ ਦੇਣਾ ਜੀ, ਉਖੜਨਾ ਬਣ ਜਾਂਦਾ, ਠੀਕ ਆ ਜੀ। ਲੰਘਣਾ ਇੱਕ ਸ਼ਬਦ, ਲੰਘਣਾ, ਆਪਾਂ ਕਿਸੇ ਦੇ ਕੋਲ ਲੰਘਦੇ ਹਾਂ ਜੀ, ਲੰਘਣਾ ਹੋ ਗਿਆ ਨਾ, ਉਹਦੇ ਅੱਗੇ ਜੇ ਆਪਾਂ ਊ ਪਾ ਦਿੰਦੇ ਹਾਂ ਜੀ, ਉਹ ਬਣ ਜਾਂਦਾ ਉਲੰਘਣਾ, ਠੀਕ ਆ ਜੀ। ਇਹ ਚੀਜ਼ ਹੁੰਦੀ ਆ। ਤਾਂ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਜੀ, ਅਤੇ ਤੁਹਾਨੂੰ ਪੁੱਛ ਲੈਣਗੇ ਕਿ ਇਹਨਾਂ ਵਿੱਚੋਂ ਕਿਹੜਾ ਸ਼ਬਦ ਆ ਜਿਹਦੇ ਨਾਲ ਅਗੇਤਰ ਲੱਗਾ ਵਾ, ਠੀਕ ਆ, ਅਤੇ ਜਾਂ ਕਿਸੇ ਦੇ ਪਿੱਛੇ ਲੱਗਾ, ਪਿਛੇਤਰ ਲੱਗਾ ਹੋਊ। ਤੁਹਾਨੂੰ ਇੱਦਾਂ ਦੇ ਵਰਡ ਦਿੱਤੇ ਹੋਣਗੇ ਜਿਹੜੇ ਤੁਹਾਨੂੰ ਲੱਗਣਗੇ ਕਿ ਆਹ ਬਣਦਾ ਹੋਊਗਾ, ਪਰ ਤੁਹਾਨੂੰ ਆਰਾਮ ਨਾਲ ਪਤਾ ਲੱਗ ਜੂਗਾ ਕਿ ਅਗੇਤਰ ਅਤੇ ਪਿਛੇਤਰ ਦੇ ਵਿੱਚ ਜੇ ਤੁਹਾਨੂੰ ਡਿਫਰੈਂਸ ਪਤਾ ਹੋਊਗਾ ਜੀ, ਤੁਸੀਂ ਆਰਾਮ ਨਾਲ ਉਹਨਾਂ ਵਿੱਚ ਪਛਾਣ ਕਰ ਸਕਦੇ ਹੋ ਕਿ ਆਹ ਅਗੇਤਰ ਨਾਲ ਬਣਿਆ, ਪਿਛੇਤਰ ਨਾਲ ਬਣਿਆ, ਠੀਕ ਆ। ਕਿ ਜਿਹਦੇ 'ਤੇ ਅੱਖਰ ਅੱਗੇ ਲਾ ਕੇ, ਕਿਸੇ ਅੱਖਰ ਦੇ ਅੱਗੇ ਲਾ ਕੇ ਕੋਈ ਵਰਡ ਸ਼ਬਦ ਬਣਦਾ ਵਾ, ਉਹ ਹੈਗਾ ਵਾ ਅਗੇਤਰ। ਜੇ ਕਿਸੇ ਦੇ ਪਿੱਛੇ ਲੱਗਦਾ ਹੋਵੇ ਪਿਛੇਤਰ। ਅਤੇ ਉਹਦੀ ਪਛਾਣ ਪਤਾ ਗੱਲ ਕੀ ਆ ਜੀ, ਜੇ ਆਪਾਂ ਕਿਸੇ ਨੂੰ ਵਾਕ ਨੂੰ ਆਪਾਂ ਵੱਖ ਕਰ ਦਾਂਗੇ ਨਾ, ਤਾਂ ਉਹਦਾ ਕਿਹੜਾ ਸ਼ਬਦ ਆ ਉਹਦਾ ਵੱਖਰਾ ਅਰਥ ਨਿਕਲਦਾ। ਜਿੱਦਾਂ ਲੰਘਣਾ ਆਪਾਂ ਗੱਲ ਕਰਦੇ ਹਾਂ, ਲੰਘਣਾ ਇੱਕ ਵੱਖਰਾ ਸ਼ਬਦ ਕਿ ਆਪਾਂ ਲੰਘ ਜਾਂਦੇ ਕਿਸੇ ਦੇ ਕੋਲ ਦੀ, ਠੀਕ ਆ। ਅਤੇ ਜੇ ਮੰਨ ਲਓ ਆਪਾਂ ਊ ਨਾਲ ਲਾ ਦਿੰਦੇ ਹਾਂ, ਉਲੰਘਣਾ ਬਣ ਜਾਂਦੀ ਆ, ਠੀਕ ਆ ਜੀ। ਜਿੱਦਾਂ ਹੈਗਾ ਵਾ ਜੀ ਪੜ੍ਹ, ਅਨਪੜ੍ਹ, ਠੀਕ ਆ ਜੀ। ਜੇ ਅਨ ਲਗਾ ਦਿੰਦੇ ਆਪਾਂ ਤਾਂ ਅਨਪੜ੍ਹ ਆ ਜਾਂਦਾ ਜੀ, ਕੋਈ ਪੜ੍ਹਿਆ ਨਾ ਹੋਵੇ। ਜੇ ਪੜ੍ਹ ਲਿਖੀਏ ਤਾਂ ਪੜ੍ਹ ਇੱਕ ਵੱਖਰਾ ਸ਼ਬਦ ਆ। ਅਤੇ ਜਿੱਦਾਂ ਹੈਗਾ ਵਾ ਆਪਾਂ ਹੋਰ ਵਰਡ ਦੀ ਮੈਂ ਲੈਂਦਾ ਜੀ, ਜਿਵੇਂ ਜੀਵ, ਠੀਕ ਆ ਜੀ। ਜੇ ਉਹਦੇ ਅੱਗੇ ਆਪਾਂ ਸੱਸਾ ਲਾ ਦਈਏ ਜੀ, ਸਾਥ ਸੰਜੀਵ ਬਣ ਜਾਂਦਾ ਵਾ, ਤਾਂ ਇਹ ਹੁੰਦਾ ਅਗੇਤਰ, ਠੀਕ ਆ ਜੀ। ਅਤੇ ਬੜੇ ਅੱਖਰ ਹੈਗੇ ਜੀ ਜਿਨ੍ਹਾਂ ਤੋਂ ਆਪਾਂ ਅੱਗੇ ਕੋਈ ਚੀਜ਼ਾਂ ਲਾ ਕੇ ਅਗੇਤਰ ਬਣਾ ਸਕਦੇ ਆ। ਤਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਕਿਹੜਾ ਅੱਖਰ ਦੇ ਨਾਲ ਕੀ ਹੁੰਦਾ ਵਾ। ਤਾਂ
ਤੁਹਾਨੂੰ ਹੁਣ ਪਤਾ ਲੱਗਾ ਕਿ ਅਗੇਤਰ ਦੇ ਵਿੱਚ ਅੱਗੇ ਸ਼ਬਦ ਲੱਗਦਾ ਜੀ। ਅਤੇ ਜੇ ਆਪਾਂ ਉਹਨੂੰ ਚੀਜ਼ ਨੂੰ ਲਾ ਵੀ ਦਈਏ ਤਾਂ ਇੱਕ ਜਿਹੜਾ ਉਹਦਾ ਸ਼ਬਦ ਜਿਹੜਾ ਜਿਹਨਾਂ ਆਪਾਂ ਅਗੇਤਰ ਲਾਇਆ ਜੀ ਉਹਦਾ ਇੱਕ ਵੱਖਰਾ ਅਰਥ ਹੁੰਦਾ ਵਾ। ਠੀਕ ਆ ਜੀ। ਅਤੇ ਪਿਛੇਤਰ ਦੀ ਗੱਲ ਕਰਦੇ ਹਾਂ ਜੀ। ਪਿਛੇਤਰ ਦੇ ਪਿੱਛੇ ਲੱਗਦਾ ਵਾ। ਜਿੱਦਾਂ ਹੈਗਾ ਸੁਣ, ਸੁਣ ਦੇ ਪਿੱਛੇ ਕੰਨਾਂ ਦੀ ਈੜੀ ਲਾ ਤਾ ਸੁਣਾਈ ਲਾਤਾ ਵਾ। ਸੁਣ ਤੋਂ ਸੁਣਾਈ ਬਣ ਗਿਆ ਵਾ। ਕੰਨਾਂ ਦੀ ਈੜੀ ਈ ਲਾਤੀ ਆ ਜੀ। ਅਤੇ ਜਿੱਦਾਂ ਹੈਗਾ ਜੀ ਹਟ ਲਾਤਾ ਵਾ, ਮੁਸਕਰਾਹਟ ਹਟ। ਅਤੇ ਸੁਜਾਵਟ, ਉਸਾਰ ਤੋਂ ਉਸਾਰੀ, ਘੂਰ ਤੋਂ ਘੂਰੀ, ਅਤੇ ਉਜਾੜ ਤੋਂ ਉਜਾੜੂ। ਠੀਕ ਆ। ਕਿ ਜਿਹਦੇ ਅੱਖਰ ਦੇ ਪਿੱਛੇ ਕੋਈ ਲੱਗਦਾ ਜੀ, ਕੋਈ ਵਰਡ ਲੱਗਦਾ ਵਾ, ਕੋਈ ਚੀਜ਼ ਲੱਗਦੀ ਆ, ਲਗਾ ਅੱਖਰ ਲੱਗਦੀ ਆ, ਲਗਾ ਲੱਗਦੀ ਆ ਜੀ, ਉਹ ਤੋਂ ਜਿਹੜਾ ਸ਼ਬਦ ਬਣਦਾ ਉਹਨੂੰ ਪਿਛੇਤਰ ਆਖਦੇ ਆ ਜੀ। ਪਿਛੇਤਰ ਸ਼ਬਦ। ਹੁਣ ਆਖਾ ਅਖਬਾਰ, ਅਖਬਾਰੀ। ਠੀਕ ਆ। ਅਤੇ ਅਖਬਾਰ ਦੇ ਈ ਪਿੱਛੇ ਲਾਤਾ ਜੀ, ਉਹ ਇੱਕ ਵੱਖਰਾ ਬਣ ਗਿਆ ਸ਼ਬਦ। ਅਤੇ ਇੱਦਾਂ ਹੀ ਆ ਜੀ। ਪਿਛੇਤਰ ਦਾ ਤੁਹਾਨੂੰ ਪੁੱਛ ਸਕਦੇ ਆ ਜਾਂ ਫਿਰ ਤੁਹਾਨੂੰ ਕਹਿ ਸਕਦੇ ਆ ਕਿ ਇਹਦੇ ਪਿੱਛੇ ਕਿਹੜਾ ਵਰਡ ਲਾਇਆ ਜਾਵੇ ਕਿ ਪਿਛੇਤਰ ਕਿਹੜਾ ਪਿਛੇਤਰ ਬਣਦਾ ਵਾ। ਤਾਂ ਤੁਹਾਨੂੰ ਕਈ ਇੱਦਾਂ ਦੇ ਵਰਡ ਦਿੱਤੇ ਹੋਣਗੇ ਕਿ ਜਿਨ੍ਹਾਂ ਦਾ ਅਰਥ ਨਿਕਲਦਾ ਹੋਊਗਾ। ਜੇ ਮਤਲਬ ਪਿਛੇਤਰ ਲਾਉਣ ਨਾਲ ਕਿਤੇ ਅਰਥ ਨਿਕਲਦਾ ਜੀ, ਉਹੀ ਬਣਦਾ। ਜਿੱਦਾਂ ਮਤਲਬ ਭੜਕੀਲਾ ਵਾ ਹੈ ਨਾ। ਤੁਹਾਨੂੰ ਭੜ ਸ਼ਬਦ ਲਿਖੋ ਕਿ ਭੜ ਦੇ ਪਿੱਛੇ ਕਿਹੜਾ ਦੂਜਾ ਪਿਛੇਤਰ ਲਾਇਆ ਜਾਵੇ ਕਿ ਇਹ ਤੋਂ ਜਿਹੜਾ ਸ਼ਬਦ ਬਣ ਜਾਂਦੇ ਵਧੀਆ ਅਰਥ ਵਾਲਾ ਬਣਦਾ ਸ਼ਬਦ। ਠੀਕ ਆ। ਤੁਹਾਨੂੰ ਭੜਕਾਉਣਾ ਵੀ ਲਿਖਿਆ ਹੋਊਗਾ। ਕਈ ਇੱਦਾਂ ਦੇ ਵਰਡ ਲਿਖੇ ਹੋਣਗੇ ਅਤੇ ਜਿਹੜਾ ਇਹਨਾਂ ਵਿੱਚ ਇੱਕੋ ਹੀ ਅਰਥ ਦਿੰਦਾ ਹੋਊਗਾ, ਬਾਕੀ ਨਹੀਂ ਕੋਈ ਅਰਥ ਦਿੰਦਾ ਹੋਊਗਾ। ਇਹ ਹੈਗੀ ਜੀ ਅਗੇਤਰ ਅਤੇ ਪਿਛੇਤਰ ਦੇ ਬਾਰੇ ਗੱਲਬਾਤ। ਠੀਕ ਆ। ਬਾਕੀ ਤੁਸੀਂ ਪਿਛੇਤਰ ਦੇ ਵਿੱਚ ਵੇਖ ਸਕਦੇ ਹੋ ਕਿੱਦਾਂ ਕਿੱਦਾਂ ਬਣਦਾ ਵਾ। ਕੰਨਾ ਲੱਗਣ ਨਾਲ, ਸਿਹਾਰੀ ਲੱਗਣ ਨਾਲ। ਠੀਕ ਆ ਜੀ। ਜਿੱਦਾਂ ਗਊ ਆ, ਗਊ ਇੱਕ ਵੱਖਰਾ ਜਾਨਵਰ ਆ। ਠੀਕ ਆ। ਅਤੇ ਗਊਸ਼ਾਲਾ, ਸ਼ਾਲਾ ਪਿੱਛੇ ਪਾ ਦਿੰਦੇ ਮਤਲਬ ਕਿ ਘਰ ਪਾ ਦਿੰਦੇ ਆ। ਅਤੇ ਗਊਸ਼ਾਲਾ ਹੁੰਦੀ ਹੈ ਕਿ ਜਿੱਥੇ ਮਤਲਬ ਕਿ ਗਵਾਂ ਹੁੰਦੀਆਂ ਸਾਰੀਆਂ, ਸ਼ੈੱਡ ਵਗੈਰਾ ਹੁੰਦੀਆਂ। ਹੁਣ ਨੇਤਰ, ਨੇਤਰ ਹੁੰਦੀਆਂ ਅੱਖਾਂ। ਠੀਕ ਆ। ਨੇਤਰਹੀਣ ਹੋ ਗਏ, ਹੀਣ ਜੇ ਆਪਾਂ ਲਾ ਦਿੰਦੇ ਹਾਂ ਜੀ। ਨੇਤਰ ਹੁੰਦਾ ਕਿ ਜਿਨ੍ਹਾਂ ਦੇ ਨੈਣ ਵਗੈਰਾ ਨਹੀਂ ਹੁੰਦੇ। ਅੰਗ, ਅੰਗ ਹੁੰਦਾ ਆਪਣੇ ਜਾਂ ਸਰੀਰ ਦਾ ਕੋਈ ਪਾਰਟ। ਅਤੇ ਅੰਗਹੀਣ ਹੁੰਦਾ ਕਿਸੇ ਦਾ ਕੋਈ ਜਿਹੜਾ ਪਾਰਟ ਵਗੈਰਾ ਨਾ ਹੋਵੇ। ਤਾਂ ਤੁਹਾਡੇ ਨੂੰ ਪਤਾ ਲੱਗ ਗਿਆ ਕਿ ਪਿਛੇਤਰ ਲਾਉਣ ਨਾਲ ਉਸ ਚੀਜ਼ ਦਾ ਅਰਥ ਹੀ ਬਦਲ ਜਾਂਦਾ ਵਾ ਇਸ ਗੱਲ ਨੂੰ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੂਜੇ ਦੀ ਸ਼ਬਦ ਜੋੜ ਦੀ ਜਾਂ ਸ਼ੁੱਧ ਜੋੜ ਦੇ ਵਿੱਚ ਜਿਹੜਾ ਵੀ ਇੱਕ ਟੋਪਿਕ ਆਉਂਦਾ। ਅਤੇ ਫਿਰ ਮੈਂ ਤੁਹਾਨੂੰ ਦੱਸਦਾ ਜੀ। ਅਤੇ ਸ਼ਬਦ ਜੋੜ ਦੇ ਹੈਗਾ ਸ਼ੁੱਧ ਹੁੰਦਾ ਜੀ। ਅਤੇ ਇੱਕ ਵਾਕ ਗਲਤ ਲਿਖਿਆ ਹੁੰਦਾ ਵਾ, ਉਹਨੂੰ ਆਪਾਂ ਸਹੀ ਕਰਨਾ ਹੁੰਦਾ ਵਾ ਜੀ। ਅਤੇ ਜ਼ਿਆਦਾਤਰ TSSB ਦੇ ਪੇਪਰਾਂ ਦੇ ਵਿੱਚ ਸ਼ੁੱਧ ਆਉਂਦੇ ਹੁੰਦੇ ਆ ਜੀ ਕਿ ਤੁਹਾਨੂੰ ਕੋਈ ਵਾਕ ਗਲਤ ਲਿਖਿਆ ਹੁੰਦਾ, ਦੱਸਣਾ ਹੁੰਦਾ ਕਿ ਕਿਹੜਾ ਇਹਨਾਂ ਸਹੀ ਸ਼ੁੱਧ ਆ ਸ਼ਬਦ। ਤਾਂ ਦੱਸੇ ਹੁੰਦੇ ਜਿੱਦਾਂ ਮੰਨ ਲਓ ਦੁਪਹਿਰ ਆ, ਦੁਪਹਿਰ ਦੇ ਵਿੱਚ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਸਿਹਾਰੀ ਲੱਗਣੀ ਆ ਨਹੀਂ ਲੱਗਣੀ। ਤਾਂ ਇੱਦਾਂ ਦੇ ਕਈ ਵਰਡ ਦਿੱਤੇ ਹੁੰਦੇ ਕਿ ਜਿਹਦੇ ਵਿੱਚ ਤੁਸੀਂ ਸ਼ੁੱਧ ਲੱਭਣੇ ਹੁੰਦੇ ਕਿ ਕਿਹੜਾ ਸਹੀ ਇਹਨਾਂ 'ਚ। ਠੀਕ ਆ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਸ਼ਬਦ ਜੋੜ ਦੀ। ਅਤੇ ਪੰਜਾਬੀ ਦੇ ਵਿੱਚ ਪਾਰਟ ਆ ਜੀ ਸ਼ਬਦ ਜੋੜ। ਅਤੇ ਪੰਜਾਬ ਆ ਜੀ, ਪੰਜਾਬ ਦੀ ਰਾਜ ਭਾਸ਼ਾ ਜੀ। ਅਤੇ ਤੁਹਾਨੂੰ ਪਤਾ ਇਹਦੇ ਵਿੱਚ ਸ਼ਬਦ ਜੋੜਾਂ ਬਾਰੇ ਆਪਾਂ ਗੱਲ ਕਰਾਂਗੇ ਜੀ। ਅਤੇ ਇਹ ਆ ਕਿ ਕੋਈ ਵੀ ਜਿਹੜਾ ਬੰਦਾ ਭਾਸ਼ਾ ਸਿੱਖਦਾ ਸ਼ਬਦ ਜੋੜਾਂ ਬਾਰੇ ਉਹਨੂੰ ਗਿਆਨ ਹੋਣਾ ਚਾਹੀਦਾ ਵਾ ਜੀ। ਠੀਕ ਆ। ਅਤੇ ਸ਼ਬਦ ਜੋੜਾਂ ਵਿੱਚ ਹੁੰਦਾ ਕਿ ਸ਼ਬਦ ਜੋੜ ਕੇ ਜਾਂ ਕੁਝ ਚੀਜ਼ਾਂ ਲਾ ਕੇ ਉਹਨਾਂ ਦਾ ਅਰਥ ਬਣਾਇਆ ਜਾਂਦਾ ਵਾ ਜੀ। ਅਤੇ ਮਤਲਬ ਕਿ ਉਹਦੇ ਪਿੱਛੇ ਕੀ ਸਿਧਾਂਤ ਕੰਮ ਕਰਦਾ ਵਾ, ਕੀ ਚੀਜ਼ਾਂ ਹੁੰਦੀਆਂ ਜੀ, ਉਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ। ਅਤੇ ਇੱਕ ਪਹਿਲੇ ਨੰਬਰ 'ਤੇ ਹੈਗਾ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਏ ਧੁਨੀ ਹੋਵੇ ਅਤੇ ਹਾਹੇ ਤੋਂ ਬਾਅਦ ਅੱਖਰਾਂ ਨੂੰ ਲਾਂ ਦੀ ਥਾਂ ਸਿਹਾਰੀ ਲਾਈ ਜਾਵੇ। ਜਿੱਦਾਂ ਸਿਹਤ, ਕਿਹੜਾ, ਚਿਹਰਾ, ਮਿਹਰ, ਵਿਹਲਾ, ਮਿਹਨਤ, ਮਿਹਰਬਾਨ। ਜੇ ਸ਼ਬਦ ਦੇ ਅੰਤ ਵਿੱਚ ਹਾਹਾ ਆਵੇ ਅਤੇ ਉਹਨਾਂ ਨੂੰ ਲਾਂ ਹੀ ਲੱਗੇਗੀ ਜਿਵੇਂ ਸੇ, ਖੇ, ਰੇ। ਪਰ ਇਹਨਾਂ ਸ਼ਬਦਾਂ ਦੇ ਜੋੜ ਸਿਹਾਰੀ ਨਾਲ ਹੀ ਪ੍ਰਚਲਿਤ ਹੋ ਸਕਦੇ ਆ ਜੀ। ਇਸ ਲਈ ਇਹ ਸ਼ਬਦ ਜੋੜ ਸਿਹਾਰੀ ਵਾਲੇ ਠੀਕ ਮੰਨੇ ਜਾਂਦੇ ਆ। ਤਾਂ ਸ਼ਬਦ ਜੋੜ ਦੇ ਵਿੱਚ ਇਹ ਦੱਸੀ ਹੁੰਦੀ ਕਿ ਕਿਹੜਾ ਸਹੀ ਅੱਖਰ ਮੰਨਿਆ ਜਾਂਦਾ ਜੀ ਅਤੇ ਕਿਹੜੇ ਨੂੰ ਗਲਤ ਮੰਨਿਆ ਜਾਂਦਾ ਜੀ ਉਹਦੇ ਬਾਰੇ। ਕਿਉਂਕਿ ਕਈ ਜੇ ਆਪਾਂ ਉਚਾਰਨ ਕਰਦੇ ਹਾਂ ਜੀ ਉਹ ਬੋਲਣ 'ਚ ਆਪਾਂ ਜਿੱਦਾਂ ਲਿਖਦੇ ਹਾਂ ਬੋਲਦੇ ਹਾਂ ਉਹਦਾ ਲਿਖਦੇ ਉੱਦਾਂ ਨਹੀਂ ਹੁੰਦਾ। ਲਿਖਣ ਦਾ ਉਹਨਾਂ ਥੋੜ੍ਹਾ ਕੁ ਵਿਆਕਰਨ ਕਈ ਵੱਖਰੀਆਂ ਹੁੰਦੀਆਂ। ਹੁਣ ਸਿਹਤ ਕਈ ਪਾ ਦਿੰਦੇ ਆ ਜੀ ਸਿਹਤ ਦੀ ਗੱਲ ਕਰਦੇ ਹਾਂ ਅਤੇ ਸੱਸੇ ਲਾਵਾਂ ਹਾਹਾ ਤੱਤਾ ਹੀ ਪਾ ਦਿੰਦੇ ਆ। ਪਰ ਜਿਹੜਾ ਸਿਹਤ ਮੰਨਿਆ ਜਾਂਦਾ ਜੀ ਉਹ ਸੱਸੇ ਸਿਹਾਰੀ ਵਾਲਾ ਮੰਨਿਆ ਜਾਂਦਾ ਵਾ। ਇਹ ਚੀਜ਼ ਨੂੰ ਦਰਸਾਉਂਦੇ ਆ ਕਿ ਉਹਦੇ ਪਿੱਛੇ ਇੱਦਾਂ ਲੱਗਾ ਹੁੰਦਾ ਜੀ। ਜਿੱਦਾਂ ਮਿਹਰ ਆਪਾਂ ਲਿਖ ਲੈਂਦੇ ਹਾਂ ਜੀ ਅਤੇ ਮੰਮੀ ਸਿਹਾਰੀ ਲਾਵਾਂ ਹਾਹਾ ਰਾਰਾ। ਠੀਕ ਆ। ਮਿਹਰ ਇੱਦਾਂ ਵੀ ਪੈ ਜਾਂਦਾ ਵਾ ਪਰ ਜਿਹੜਾ ਸਹੀ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ ਜੀ ਪੰਮੇ ਸਿਹਾਰੀ ਹਾਹਾ ਰਾਰਾ। ਤਾਂ ਇਹਦੇ ਵਿੱਚ ਤੁਹਾਨੂੰ ਕਨਫਰਮ ਹੋ ਗਿਆ ਹੋਊਗਾ ਕਿ ਸ਼ੁੱਧ ਵਾਂਗ ਹੀ ਹੈਗਾ ਵਾ ਕਿ ਕਿਹੜਾ ਸਹੀ ਆ ਇਹਨਾਂ ਵਿੱਚੋਂ ਸ਼ਬਦ ਜੋੜ।
ਤਾਂ ਇਹਨਾਂ ਨੇ ਵੱਖ-ਵੱਖ ਸ਼ਬਦ ਦੱਸੇ ਆ ਜੀ ਕਿ ਕਿਹੜਾ ਸ਼ਬਦ ਕਿਹਨੂੰ ਜੋੜ ਕੇ ਬਣਦਾ ਜੀ। ਤੇ ਕੋਈ ਵੀ ਜੇ ਭਾਸ਼ਾ ਲਿਖਣੀ ਆ ਜੀ, ਜਿੱਦਾਂ ਆਪਾਂ ਪੰਜਾਬੀ ਲਿਖਣੀ ਆ ਜੀ, ਤਾਂ ਉਹਦੇ ਵਿੱਚ ਜੇ ਆਪਾਂ ਨੂੰ ਸ਼ਬਦ ਜੋੜ ਦਾ ਗਿਆਨ ਹੋਊਗਾ ਜੀ ਤਾਂ ਤੁਸੀਂ ਆਰਾਮ ਨਾਲ ਸਹੀ ਪੰਜਾਬੀ ਲਿਖ ਸਕਦੇ ਹੋ ਜੀ। ਕਿਉਂਕਿ ਹਰੇਕ ਚੀਜ਼ ਨੂੰ ਲਿਖਣ ਦੀ ਵਿਆਕਰਨ ਇਕਾਈਆਂ ਵੱਖਰੀਆਂ ਹੁੰਦੀਆਂ ਨੇ ਜੀ। ਕਿਸੇ ਦੀ ਵੱਖਰੀ ਇਕਾਈ ਹੁੰਦੀ ਹੈ, ਕਿਸੇ ਦੀ ਵੱਖਰੀ ਹੁੰਦੀ ਗ੍ਰਾਮਰ ਦੀ, ਤਾਂ ਪੰਜਾਬੀ ਦੀ ਵੱਖਰੀ ਆ ਜੀ। ਤਾਂ ਕਿਸੇ ਨਾ ਕਿਸੇ ਜਦੋਂ ਆਪਾਂ ਲਿਖਦੇ ਹਾਂ ਜੀ, ਭਾਸ਼ਾ ਦੇ ਸ਼ਬਦ ਨੂੰ ਲਿਖਦੇ ਹਾਂ ਜੀ, ਉਹਦੇ ਵਿੱਚ ਕੀ ਸ਼ਬਦ ਜੋੜ ਜਾਂ ਇਕਾਈਆਂ ਕੰਮ ਕਰਦੀ ਉਹਦੇ ਬਾਰੇ ਆਪਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਜੀ। ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਚਿਹਰੇ ਦੀ, ਮੇਰ ਦੀ, ਸਿਹਤ ਦੀ, ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਬੋਲਣ 'ਚ ਉਹ ਵੱਖਰੀ ਇਕਾਈ ਸੀ, ਪਰ ਉੱਦਾਂ ਨਹੀਂ ਹੁੰਦੀ, ਉਹ ਗਲਤ ਮੰਨੀ ਜਾਂਦੀ ਆ। ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜਿਸ ਦੂਜੇ ਨੰਬਰ 'ਤੇ ਪੁਆਇੰਟ ਆ ਜੀ, ਜਿਸ ਸ਼ਬਦ ਦੇ ਵਿੱਚ ਹਾਹੇ ਤੋਂ ਪਹਿਲਾਂ, ਠੀਕ ਆ, ਐ ਤੋਂ ਨਹੀਂ ਹੋਵੇ, ਉੱਥੇ ਹਾਹੇ ਤੋਂ ਪਹਿਲਾਂ ਅੱਖਰ ਤਾਂ ਮੁਕਤਾ ਹੀ ਰਹਿੰਦਾ ਹੈ, ਪਰ ਹਾਹੇ ਨੂੰ ਸਿਹਾਰੀ ਲੱਗਦੀ ਹੈ, ਜਿਵੇਂ ਸ਼ਹਿਰ, ਸ਼ਹਿਦ, ਨਹਿਰ, ਠਹਿਰ ਅਤੇ ਪਹਿਰ। ਮਤਲਬ ਕਿ ਜਦੋਂ ਆਪਾਂ ਬੋਲਦੇ ਹਾਂ ਧੁਨੀ 'ਚ, ਉਹ ਸ਼ਹਿਰ ਦੀ ਆਵਾਜ਼ ਆਉਂਦੀ ਹੈ, ਮਤਲਬ ਕਿ ਜਿਹੜਾ ਪਹਿਲਾ ਅੱਖਰ ਆਉਂਦਾ ਜੀ ਹਾਹੇ ਤੋਂ, ਉਹਦੇ ਉੱਤੇ ਦਲਾਵੇਂ ਦੀ ਆਵਾਜ਼ ਆਉਂਦੀ ਆ, ਠੀਕ ਆ ਜੀ। ਤਾਂ ਮਤਲਬ ਕਿ ਐ ਦੀ, ਪਰ ਇਹ ਆ ਕਿ ਉਹਦੇ ਵਿੱਚ ਸਿਹਾਰੀ ਲੱਗਦੀ ਆ ਜੀ, ਕੋਈ ਉਹਦੇ ਦਲਾਵਾਂ ਨਹੀਂ ਲੱਗਦਾ। ਇਸ ਕਰਕੇ ਧਿਆਨ ਰੱਖਣਾ ਇਸ ਚੀਜ਼ ਨੂੰ ਕਿ ਉਹਦੇ ਜਿਹੜੇ ਪਿੱਛੇ ਧੁਨੀ ਜਿਹੜੀ ਕੰਮ ਕਰਦੀ ਬਈ ਕਿਸੇ ਅੱਖਰ ਦੇ, ਉਹਦੇ ਨਾਲ ਕੀ ਸਿਹਾਰੀ ਲੱਗਦੀ ਹੈ, ਬਿਹਾਰੀ ਲੱਗਦੀ ਆ। ਜਦੋਂ ਮੰਨ ਲਓ ਕਿ ਤੁਸੀਂ ਕੋਈ ਪੇਪਰ ਦੇ ਵਿੱਚ ਤੁਹਾਨੂੰ ਸ਼ਬਦ ਦਿੱਤਾ ਹੋਊਗਾ, ਜਦੋਂ ਤੁਸੀਂ ਉਹਦਾ ਮੂੰਹ ਮਤਲਬ ਕਿ ਉਚਾਰਨ ਕਰਦੇ ਹੋ ਨਾ, ਤੁਹਾਨੂੰ ਲੱਗਦਾ ਨਹੀਂ ਆਹ ਸਹੀ ਆ, ਉਹ ਸਹੀ ਨਹੀਂ ਹੁੰਦਾ ਜੀ। ਇਸ ਕਰਕੇ ਤੁਹਾਨੂੰ ਕਨਫਿਊਜ਼ ਕੀਤਾ ਜਾਂਦਾ ਕਿ ਇਹ ਚੀਜ਼ ਨੂੰ ਵੇਖਿਆ ਜਾਵੇ, ਬੰਦੇ ਦਾ ਨਜ਼ਰੀਆ ਬਦਲਿਆ ਜਾਵੇ। ਹੁਣ ਜਿੱਦਾਂ ਤੀਜੇ ਨੰਬਰ 'ਤੇ ਆ ਜੀ, ਜੇ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਔਂਕੜ, ਠੀਕ ਆ ਜੀ, ਔ ਧੁਨੀ ਹੋਵੇ ਤਾਂ ਉਹ ਅੱਖਰ ਮੁਕਤਾ ਰਹਿੰਦਾ ਹੈ, ਭਾਵੇਂ ਹਾਹੇ ਨੂੰ ਔਂਕੜ ਲਾਈ ਜਾਵੇ, ਜਿਵੇਂ ਸਹੁਰਾ, ਚੌਰਾ, ਬਹੁਤਾ, ਵਹੁਟੀ ਆਦਿ, ਠੀਕ ਆ ਜੀ। ਅਤੇ ਜਿਹੜਾ ਪਹਿਲਾ ਅੱਖਰ ਆ ਜੀ ਉਹ ਮੁਕਤਾ ਰਹਿੰਦਾ ਜੀ। ਵਾਹੋਟੀ, ਠੀਕ ਆ, ਵਹੂਏ ਕਰਨਾ ਵੀ ਪੈਸਾ ਤਾਂ ਨਹੀਂ ਪਰ ਪਾਉਣਾ, ਮੁਕਤਾ ਹੀ ਰਹਿੰਦਾ ਜੀ। ਚੌਥੇ ਨੰਬਰ 'ਤੇ ਅਸੀਂ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਔ ਧੁਨੀ ਹੋਵੇ, ਉਸ ਅਵਸਥਾ ਵਿੱਚ ਹਾਹਾ ਮੁਕਤਾ ਰਹੇਗਾ, ਜਿਵੇਂ ਖੋ, ਮੋਹ, ਲੋ, ਠੀਕ ਆ ਜੀ। ਅਤੇ ਜਿਹੜਾ ਤੁਸੀਂ ਇਹ ਗੱਲਾਂ ਧਿਆਨ ਰੱਖਣੀਆਂ ਜੀ, ਜਿਹੜੇ ਪੁਆਇੰਟ ਆ ਜੀ ਇਹਨਾਂ ਨੂੰ ਹਮੇਸ਼ਾ ਧਿਆਨ ਰੱਖਣਾ ਜਦੋਂ ਤੁਹਾਨੂੰ ਸ਼ਬਦ ਜੋੜ ਦੇ ਵਿੱਚ ਵੈਰਗੀ ਆਊਗਾ, ਕਿਉਂਕਿ ਤੁਹਾਨੂੰ ਵੀ ਪਤਾ ਪੰਜਾਬੀ ਦਾ ਪਾਠ ਕਰਨਾ ਜਿਹੜਾ ਪਾਸ ਕਰਨਾ ਜ਼ਰੂਰੀ ਆ ਜੀ, ਇਸ ਕਰਕੇ ਇੰਪੋਰਟੈਂਟ ਟੌਪਿਕ ਆ ਜੀ। ਅਤੇ ਇੱਦਾਂ ਹੈ ਕਿ ਕੁਝ ਸ਼ਬਦ ਈੜੀ 'ਤੇ ਹੈਗਾ ਲਿਖਿਆ ਵਾ ਕਿ ਕੁਝ ਸ਼ਬਦਾਂ ਵਿੱਚ ਵਿਸ਼ੇਸ਼ਣ ਬਣਾਉਂਦੇ ਸਮੇਂ ਅੰਤ ਵਿੱਚ ਕੱਕਾ ਲਾਇਆ ਜਾਂਦਾ ਹੈ, ਪਰ ਉਸ ਨਾਲ ਹੀ ਉਸ ਤੋਂ ਪਹਿਲਾਂ ਅੱਖਰ ਨੂੰ ਸਿਹਾਰੀ ਲਾਈ ਜਾਂਦੀ ਹੈ, ਜਿਵੇਂ ਇਤਿਹਾਸ ਤੋਂ ਇਤਿਹਾਸਕ, ਸਪਤਾਹ ਤੋਂ ਸਪਤਾਹਿਕ, ਸਮਾਜ ਤੋਂ ਸਮਾਜਿਕ। ਮਤਲਬ ਕਿ ਜਦੋਂ ਕੱਕੇ ਦੇ ਮਤਲਬ ਕਿ ਆਪਾਂ ਲਾਇਆ ਜਾਂਦਾ ਜੀ, ਉਹ ਤੋਂ ਪਹਿਲਾਂ ਜਿਹੜਾ ਅੱਖਰ ਹੁੰਦਾ ਜੀ, ਉਹਦੇ ਅੱਖਰ ਅੰਦਰ ਜਦੋਂ ਵਿਸ਼ੇਸ਼ਣ ਵਾਲੇ ਆਪਣਾ ਸ਼ਬਦ ਬਣਾਉਣੇ ਹੁੰਦੇ ਆ, ਤਾਂ ਉਹਦੇ ਅੰਦਰ ਜਿਹੜਾ ਪਹਿਲਾ ਅੱਖਰ ਹੁੰਦਾ ਜੀ ਉਹਨੂੰ ਸਿਹਾਰੀ ਲਾਈ ਜਾਂਦੀ ਆ, ਠੀਕ ਆ। ਤਾਂ ਉਹ ਚੀਜ਼ਾਂ ਨੂੰ ਅੱਗੇ ਇਹਨਾਂ ਨੇ ਸਮਝਾਇਆ ਜੀ, ਅਤੇ ਐਗਜ਼ਾਮਪਲ 'ਚ ਤੁਸੀਂ ਦੇਖ ਸਕਦੇ ਹੋ ਜੀ। ਅਤੇ ਹਾਹੇ ਨੰਬਰ 'ਤੇ ਲਿਖਦੇ ਹਾਂ ਕੁਝ ਸ਼ਬਦ ਅਜਿਹੇ ਹੁੰਦੇ ਆ ਕਿ ਜਿਨ੍ਹਾਂ ਦੇ ਮੂਲ ਵਿੱਚ ਅੰਤਲੇ ਵਿਅੰਜਨ ਨੂੰ ਸਿਹਾਰੀ ਜਾਂ ਔਂਕੜ ਲੱਗਦਾ ਹੈ, ਠੀਕ ਆ ਜੀ। ਪਿੱਛੇ ਮਤਲਬ ਕਿ ਸਿਹਾਰੀ ਲੱਗਦੀ ਜਾਂ ਔਂਕੜ ਲੱਗਦੀ ਆ, ਜੋ ਕਿ ਪੰਜਾਬੀ ਭਾਸ਼ਾ ਵਿੱਚ ਇਹਨਾਂ ਸ਼ਬਦਾਂ ਵਿੱਚ ਅੰਤ ਵਿੱਚ ਮਾਤਰਾਵਾਂ ਜਾਂ ਤਾਂ ਅਲੋਪ ਹੋ ਜਾਂਦੀਆਂ ਨੇ, ਜਾਂ ਇਹਨਾਂ ਦੀ ਥਾਂ ਬਿਹਾਰੀ ਜਾਂ ਦਲੈਂਕੜ ਲੱਗਦਾ, ਜਿਵੇਂ ਉੱਨਤੀ, ਸ੍ਰਿਸ਼ਟੀ, ਕ੍ਰਾਂਤੀ, ਜਾਤੀ, ਦ੍ਰਿਸ਼ਟੀ, ਪੁਸ਼ਟੀ, ਬੁੱਧੀ, ਭਗਤੀ, ਭੂਮੀ, ਵਿਅਕਤੀ, ਠੀਕ ਆ ਜੀ। ਅਤੇ ਕੱਕੇ ਨੰਬਰ 'ਤੇ ਆ ਜੀ, ਦੋ ਜਾਂ ਦੋ ਤੋਂ ਵੱਧ ਅੱਖਰਾਂ ਵਾਲੇ ਕੁਝ ਸ਼ਬਦਾਂ ਦੇ ਮੂਲ ਸ਼ਬਦਾਂ ਵਿੱਚ ਦੋ ਅੱਖਰਾਂ ਨਾਲ ਦੀਰਘ ਮਾਤਰਾਵਾਂ ਲੱਗਦੀਆਂ ਹਨ। ਇਹਨਾਂ ਸ਼ਬਦਾਂ ਦੇ ਜੋ ਕਿ ਰੂਪ ਵਿੱਚ ਦੋਹਾਂ ਵਿੱਚੋਂ ਇੱਕ ਦੀਰਘ ਮਾਤਰਾ ਹੀ ਰਹਿ ਜਾਂਦੀ ਹੈ, ਦੂਜੀ ਦੀਰਘ ਮਾਤਰਾ ਅਲੋਪ ਹੋ ਜਾਂਦੀ ਹੈ, ਠੀਕ ਆ ਜੀ। ਜਿੱਦਾਂ ਮੂਲ ਰੂਪ ਆ ਜੀ ਆਸਾਨ, ਠੀਕ ਆ ਜੀ। ਕੰਨਾ ਲੱਗਾ ਜੀ ਪੰਜਾਬੀ ਦੇ ਰੂਪ 'ਚ ਆ ਜੀ ਆਸਾਨ, ਠੀਕ ਆ ਜੀ। ਤਾਂ ਤੁਸੀਂ ਦੇਖ ਲਓ ਕਿ ਅੱਗੋਂ ਆ ਜਿਹੜੀ ਲਘੂ ਮਾਤਰਾ ਜੋ ਚੇਂਜ ਹੋ ਜਾਂਦੀ ਆ, ਮਤਲਬ ਕਿ ਜਿਹੜਾ ਹੈਗਾ ਵਾ ਕੰਨਾ ਜਦ ਹੀ ਮਿਟ ਜਾਂਦਾ ਵਾ। ਤਾਂ ਇਹ ਚੀਜ਼ਾਂ ਵੀ ਦੇਖਣੀਆਂ, ਕਿਉਂਕਿ ਪੰਜਾਬੀ ਤੁਸੀਂ ਆਰਾਮ ਦੇਖਦੇ ਹੋ, ਠੀਕ ਆ। ਅਤੇ ਜੇ ਮੰਨ ਲਓ ਤੁਹਾਨੂੰ ਕੋਈ ਅੱਖਰ ਦਿੱਤਾ ਮੂਲ ਰੂਪ ਦੇ ਵਿੱਚ, ਤਾਂ ਤੁਹਾਨੂੰ ਪੁੱਛ ਸਕਦੇ ਪੰਜਾਬੀ ਰੂਪ ਕੀ ਆ, ਠੀਕ ਆ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅੱਗੇ ਜਿਹੜਾ ਮੁਕਤਾ ਵਗੈਰਾ ਹੁੰਦਾ ਜੀ ਉਹ ਕੱਟਿਆ ਜਾਂਦਾ ਵਾ। ਕਿਉਂਕਿ ਮੈਂ ਸ਼ਬਦ ਤਾਂ ਨਹੀਂ ਦਿਖਾ ਰਿਹਾ, ਤੁਸੀਂ ਇੱਕ ਦੋ ਸ਼ਬਦ ਦੀ ਐਗਜ਼ਾਮਪਲ ਦੇ ਰਿਹਾ ਵਾਂ ਕਿ ਤੁਹਾਨੂੰ ਅੱਗੇ ਆਪ ਹੀ ਸਮਝ ਲੱਗ ਜਾਣੀ ਆ। ਅਤੇ ਸੰਸਕ੍ਰਿਤ ਦਾ ਹੈਗਾ ਜੀ ਜਈਆ, ਪੰਜਾਬੀ ਵਿੱਚ ਬਹੁਤ ਥਾਵਾਂ 'ਤੇ ਜੱਜਾ ਬਣ ਚੁੱਕਾ ਹੈ। ਅਜਿਹੇ ਕੁਝ ਸ਼ਬਦਾਂ ਦੀਆਂ ਹੈਗੀਆਂ ਜੀ ਉਦਾਹਰਨਾਂ ਦੀ ਸੰਜਮ, ਸੰਜੋਗ, ਕਾਰਜ, ਠੀਕ ਆ। ਅਤੇ ਇਹ ਆ ਕਿ ਤੁਹਾਨੂੰ ਇਹਦਾ ਐਗਜ਼ਾਮਪਲ ਵੀ ਪੁੱਛ ਸਕਦੇ ਆ
ਕਿ ਕਿਹੜੇ ਹੈਗੇ ਆ ਇਹਨਾਂ ਵਿੱਚੋਂ ਵਰਡ ਜਿਨ੍ਹਾਂ ਦੇ ਵਿੱਚੋਂ ਜਾਂ ਸ਼ਬਦ ਇੱਦਾਂ ਦੇ ਹੈਗੇ ਆ ਜਿਨ੍ਹਾਂ ਜਈਏ ਦੀ ਜਗ੍ਹਾ ਜੱਜੇ ਨੇ ਲੈ ਲਈ ਹੋਣਾ। ਤਾਂ ਇੱਦਾਂ ਦੇ ਤੁਹਾਡੇ ਅੱਗੇ ਰੱਖੇ ਹੋਣਗੇ, ਤੁਹਾਨੂੰ ਪਤਾ ਕਰਨਾ ਸੌਖਾ ਹੋਊਗਾ ਕਿ ਕਿਹੜਾ ਸ਼ਬਦ ਆ ਜਿਹਦੀ ਮਤਲਬ ਕਿ ਇਹਨੇ ਲਿਆ ਰੂਪ ਲਿਆ ਵਾ। ਅਤੇ ਕਈ ਹਾਲਤਾਂ ਵਿੱਚ ਸੰਸਕ੍ਰਿਤ ਦਾ ਜਈਆ ਜੀ ਪੰਜਾਬੀ ਵਿੱਚ ਜਾਂ ਤਾਂ ਖਤਮ ਹੋ ਗਿਆ ਵਾ ਜਾਂ ਇਹਦੀ ਥਾਂ ਈ ਆ ਈ ਊ ਆਦਿ ਹੋ ਗਿਆ ਵਾ। ਠੀਕ ਆ ਜੀ, ਇਹਨਾਂ ਨੇ ਵੀ ਇਹਦੀ ਜਗ੍ਹਾ ਲੈ ਲਈ ਆ ਜੀ, ਜਿਵੇਂ ਅਭਿਆਸ, ਆਰੀਆ, ਉਪਾ। ਠੀਕ ਆ ਜੀ, ਨਹੀਂ ਤਾਂ ਪੁਰਾਣਾ ਤੁਸੀਂ ਵੇਖੋ ਪਾ ਵੇਖਿਆ ਹੋਊਗਾ ਜੀ, ਊੜੇ ਔਂਕੜ ਪੱਪੇ ਕਹਿੰਦਾ ਜਈਆ ਲਿਖਿਆ ਹੁੰਦਾ ਵਾ। ਠੀਕ ਆ, ਤਾਂ ਚੀਜ਼ਾਂ ਹੈਗੀਆਂ ਜੀ, ਉਹ ਚੀਜ਼ਾਂ ਤੁਸੀਂ ਸਮਝ ਸਕਦੇ ਹੋ ਆਪ ਹੀ। ਅਤੇ ਜਿੱਦਾਂ ਮਤਲਬ ਜਿਨ੍ਹਾਂ ਸ਼ਬਦਾਂ ਵਿੱਚ ਮੂਲ ਦੇ ਸੰਯੁਕਤ ਵਿਅੰਜਨ ਹਨ, ਉਹ ਸ਼ਬਦ ਪੰਜਾਬੀ ਵਿੱਚ ਵੱਖ-ਵੱਖ ਵਿਅੰਜਨਾਂ ਵਿੱਚ ਲਿਖੇ ਜਾਂਦੇ ਹਨ, ਜਿਵੇਂ ਕਿਰਪਾ, ਬਿਰਧ, ਪਰਮ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਸ਼ੁੱਧ ਦੀ। ਠੀਕ ਆ, ਇਹ ਸ਼ਬਦ ਜੋੜ ਦੇ ਵਿੱਚ ਮੈਂ ਤੁਹਾਨੂੰ ਹੁਣੇ ਦੱਸਦਾ ਕਿ ਇੱਕ ਹੁੰਦਾ ਕਿ ਸ਼ਬਦ ਨੂੰ ਕਿੱਦਾਂ ਲਿਖ ਰਹੇ ਆ। ਠੀਕ ਆ, ਉਹਦੇ ਵਿੱਚ ਕਿਹੜੀਆਂ ਵਿਆਕਰਨ ਇਕਾਈਆਂ ਵਰਤੀਆਂ ਜਾ ਰਹੀਆਂ ਨੇ, ਕੀ ਚੀਜ਼ਾਂ ਦੱਸ ਰਹੀਆਂ ਨੇ। ਜੇ ਉਹਨਾਂ ਦੀ ਧੁਨੀ ਆਵਾਜ਼ ਇੱਦਾਂ ਦੀ ਦੇ ਰਹੀ, ਉਹ ਲਿਖਣ ਦਾ ਉਹਨਾਂ ਦਾ ਹੈਗਾ ਵਾ ਪਹਿਰਾਵਾ ਵਾ, ਢੰਗ ਆ, ਬੁਨਿਆਦੀ ਉਹਦਾ ਢਾਂਚਾ ਕਿੱਦਾਂ ਦਾ, ਬੁਨਿਆਦੀ ਢਾਂਚਾ ਕਿੱਦਾਂ ਦਾ ਵਾ। ਮੰਨ ਲਓ ਕਿ ਕੋਈ ਚੀਜ਼ ਆਵਾਜ਼ ਕਿਸ ਤਰ੍ਹਾਂ ਦੀ ਦੇ ਰਹੀ ਆ, ਪਰ ਉਹ ਲਿਖਣ ਦਾ ਜਿਹੜਾ ਢਾਂਚਾ ਉਹ ਵੱਖਰਾ ਵਾ, ਉਹ ਚੀਜ਼ ਦੱਸੀ ਆ। ਜਿੱਦਾਂ ਮੈਂ ਮੇਰ ਦੀ ਦੱਸੀ ਸੀ, ਜਾਂ ਇਹਦੇ ਵਿੱਚ ਐਗਜ਼ਾਮਪਲ ਦੱਸਿਆ ਕਿ ਇਹਦੇ ਵਿੱਚ ਇੱਦਾਂ ਦੀ ਆਵਾਜ਼ ਆਉਂਦੀ ਆ, ਪਰ ਉਹਦੇ ਨਾਲ ਇੱਦਾਂ ਆ ਸਿਹਾਰੀ ਆ ਬਿਹਾਰੀ ਇੱਦਾਂ ਲੱਗਦਾ ਵਾ। ਅਤੇ ਜਿਹੜੇ ਸ਼ਬਦ ਜੋੜ ਆ ਜੀ, ਇਹਨਾਂ ਵਿੱਚ ਹੀ ਸ਼ੁੱਧ ਹੀ ਆ ਇੱਕ ਹਿਸਾਬ ਦੇ ਤੁਹਾਡੇ ਕਿ ਜਿਹੜਾ ਪਹਿਲਾ ਅੱਖਰ ਕਿੱਦਾਂ ਦਾ ਵਾ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਸਿਹਤ ਦੀ ਸਪੈਲਿੰਗ ਦਿੱਤੇ ਸੀ ਜੀ, ਤੁਸੀਂ ਦੇਖ ਸਕਦੇ ਹੋ। ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਕਿ ਸ਼ਬਦ ਜੋੜ ਜਿਹੜੇ ਹੈਗੇ ਆ ਜੀ, ਉਹਦੇ ਵਿੱਚ ਹੀ ਸ਼ੁੱਧ ਆਉਂਦੇ ਆ। ਇੱਕ ਹਿਸਾਬ ਦੇ ਤੁਹਾਨੂੰ ਮਤਲਬ ਕਿ ਅੱਖਰ ਗਲਤ ਲਿਖਿਆ ਹੋਊਗਾ, ਤੁਹਾਨੂੰ ਪੁੱਛ ਲੈਣਗੇ ਕਿ ਇਹਨਾਂ ਵਿੱਚ ਸਹੀ ਕਿਹੜਾ ਵਾ ਜਾਂ ਇਹਨਾਂ ਵਿੱਚ ਗਲਤ ਕਿਹੜਾ ਵਾ। ਠੀਕ ਆ ਜੀ, ਤਾਂ ਉਹਨਾਂ ਨੇ ਦੱਸਿਆ ਕਿ ਕਿਹੜੇ ਚੀਜ਼ ਨਾਲ ਕਿਹੜੇ ਅੱਖਰ ਦੀ ਆਵਾਜ਼ ਆਵੇ ਜਾਂ ਕਿਹੜਾ ਅੱਖਰ ਪੈਂਦਾ ਜੀ, ਉਸ ਤੋਂ ਬਾਅਦ ਕਿਹੜਾ ਅੱਖਰ ਆਉਂਦਾ, ਉਹਦੇ ਬਾਰੇ ਦੱਸਿਆ ਗਿਆ ਜੀ। ਤਾਂ ਮੈਂ ਇੱਕ ਵਾਰੀ ਫਿਰ ਤੁਹਾਨੂੰ ਰਿਪੀਟ ਕਰ ਦਿੰਦਾ ਜੀ। ਠੀਕ ਆ ਜੀ, ਅਤੇ ਮੈਂ ਪਹਿਲਾਂ ਵਾਲੇ ਤਾਂ ਰਿਪੀਟ ਕਰ ਦਿੱਤੇ ਆ ਜੀ, ਇਹ ਸਾਰੇ ਵਾਲੇ। ਠੀਕ ਆ ਜੀ, ਅਤੇ ਜਿਹੜੇ ਨਵੇਂ ਆ ਜੀ, ਕਿ ਜਿਹੜੇ ਹੈਗਾ ਕਿ ਕਈਆਂ ਵਿੱਚ ਸੱਸੇ ਪਰ ਬਿੰਦੀ ਮਤਲਬ ਕਿ ਸ਼ਾ ਦੀ ਆਵਾਜ਼ ਨੂੰ ਸਾ ਦੀ ਵਰਤੋਂ ਠੀਕ ਲੱਗਦੀ ਆ ਜੀ। ਜਿੱਦਾਂ ਨਿਰਾਸ਼ ਦੀ ਜਗ੍ਹਾ 'ਤੇ ਨਿਰਾਸ, ਕੇਸ਼ ਜਾਂ ਕੇਸ ਪੈਣ ਲੱਗ ਪਿਆ, ਕੇਸ ਕਹਿੰਦੇ ਆਪਾਂ ਨਾ, ਕੇਸ਼ ਨਹੀਂ ਨਾ ਕਹਿੰਦੇ, ਕੇਸ ਕਹਿੰਦੇ ਆਪਾਂ ਜੀ। ਤਾਂ ਇੱਦਾਂ ਦੀ ਹੁਣ ਵਰਡ ਦੀ ਵਰਤੋਂ ਹੋਣ ਲੱਗ ਪਈ ਆ, ਪਰ ਇਹ ਕਿ ਜਿਹੜਾ ਹੁਣ ਇਹ ਸਹੀ ਆ, ਜਿਹਦੇ ਵਿੱਚ ਸੱਸੇ ਦੀ ਬਿੰਦੀ ਸੱਸਾ ਇਕੱਲਾ ਵਰਤਿਆ ਜਾਂਦਾ, ਉਹ ਸਹੀ ਹੋਣਾ। ਠੀਕ ਆ ਜੀ, ਕਿਉਂਕਿ ਜਿਹੜੀ ਚੀਜ਼ਾਂ ਚੇਂਜ ਹੋ ਗਈਆਂ ਵਾ। ਅਤੇ ਸ਼ੁੱਧ ਵੀ ਇਹਨੂੰ ਹੀ ਇੱਦਾਂ ਆਉਂਦੇ ਆ ਕਿ ਪਹਿਲਾਂ ਗਲਤ ਕਿੱਦਾਂ ਦਾ ਅੱਖਰ ਸੀ, ਜਿਹੜੇ ਸਹੀ ਚੱਲਦੇ ਉਹ ਅੱਖਰ ਸ਼ੁੱਧ ਮੰਨੇ ਜਾਂਦੇ ਆ। ਜਿੱਦਾਂ ਮੰਨ ਲਓ ਕਿ ਕਨੌੜੇ ਦੀ ਧੁਨੀ ਹੋਵੇ, ਠੀਕ ਆ ਜੀ, ਉੱਥੇ ਕਨੌੜਾ ਹਟਾ ਕੇ ਹਾਹੇ ਨੂੰ ਔਂਕੜ ਲੱਗ ਜਾਂਦੀ ਆ ਜੀ। ਜਿੱਦਾਂ ਬਹੁਤ ਹੀ ਪਹਿਲਾਂ ਵਹੁਟੀ ਬੋਲਦੇ ਹੁੰਦੇ ਸੀ, ਔਂਕੜ ਪਾਉਂਦੇ ਸੀ ਵਹੁਟੀ। ਹੁਣ ਤੁਹਾਨੂੰ ਪਤਾ ਹੈ ਜੀ ਵਹੁਟੀ ਕਿੱਦਾਂ ਪਾਉਂਦੇ ਆ, ਵਹੂਆ ਹਾਹੇ ਔਂਕੜ ਪਾਉਂਦੇ ਆ। ਤਾਂ ਪਹਿਲਾਂ ਪਾਉਂਦੇ ਸੀ ਕਨੌੜੇ ਨਾਲ। ਠੀਕ ਆ, ਉਹ ਵੀ ਚੇਂਜ ਹੋ ਗਿਆ ਜੀ। ਤਾਂ ਇੱਦਾਂ ਦੇ ਤੁਹਾਨੂੰ ਵਰਡ ਦਿੱਤੇ ਹੋਣਗੇ, ਉਹਨੂੰ ਸਹੀ ਕਰਨਾ ਵਾ। ਤਾਂ ਉਹ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੇ ਉਹਦੇ ਪਿੱਛੇ ਵਿਆਕਰਨ ਇਕਾਈਆਂ ਕੰਮ ਕਰਦੀਆਂ ਪਈਆਂ ਨੇ। ਘੱਗੇ ਦੀ ਗਲਤ ਵਰਤੋਂ ਨਾਲ ਅਰਥਾਂ ਵਿੱਚ ਮਤਲਬ ਕਿ ਅੰਤਰ ਆ ਜਾਂਦਾ ਜੀ। ਇਸ ਲਈ ਗੱਗੇ ਅਤੇ ਘੱਗੇ ਦੀ ਵਰਤੋਂ ਬੜੇ ਧਿਆਨ ਨਾਲ ਕਰਨੀ ਚਾਹੀਦੀ ਆ ਜੀ। ਅਤੇ ਜਿਹੜਾ ਇਹਦਾ ਅਰਥ ਹੁੰਦਾ ਹਰੇਕ ਚੀਜ਼ ਵਰਡ ਦਾ, ਨਾਲ ਜਦੋਂ ਮਤਲਬ ਸੰਗ ਆ, ਸੰਗ ਉਹਦੀ ਸ਼ਰਮ, ਅਤੇ ਸੰਗ ਜਿਹੜਾ ਹੁੰਦਾ ਉਹ ਗਲਾ ਹੁੰਦਾ ਵਾ, ਘੱਗੇ ਵਾਲਾ ਹੁੰਦਾ ਗਲਾ। ਤਾਂ ਤੁਹਾਨੂੰ ਅਰਥ ਵੀ ਜੇ ਪੁੱਛ ਸਕਦੇ ਆ ਜੀ ਕਿ ਆਹ ਜਿਹੜਾ ਸੰਗ ਆ ਜੀ, ਜਿਹਦਾ ਅਰਥ ਦੂਜਾ ਸ਼ਰਮ ਆ, ਤਾਂ ਤੁਹਾਨੂੰ ਮਤਲਬ ਕਿ ਇਹਦੇ ਅਰਥ ਲਿਖੇ ਹੋਣਗੇ ਸੰਗ, ਸ਼ਰਮ, ਸੰਗ, ਗਲਾ। ਤਾਂ ਇੱਕ ਗਲਤ ਦੱਸਦਾ ਹੋਊਗਾ ਕਿਸੇ ਦਾ ਅਰਥ, ਅਤੇ ਤੁਹਾਨੂੰ ਉਸ ਵਿੱਚ ਪਛਾਣ ਕਰਨੀ ਹੋਊਗੀ ਕਿਹੜਾ ਸਹੀ ਆ। ਅਤੇ ਜਿੱਦਾਂ ਜੰਗ ਹੋ ਗਈ ਲੜਾਈ, ਅਤੇ ਜੰਗ ਹੁੰਦਾ ਇੱਕ ਲੱਤ। ਠੀਕ ਆ ਜੀ, ਅਤੇ ਡੱਡੇ ਅਤੇ ਢੱਡੇ ਦੀ ਵਰਤੋਂ ਨਾਲ ਵੀ ਕਈ ਅਰਥ ਪੈ ਜਾਂਦਾ ਜੀ। ਜਿੱਦਾਂ ਢੋਲ ਆ, ਉਹ ਪਾਣੀ ਭਰਨ ਵਾਲਾ ਹੁੰਦਾ, ਢੋਲ ਦਾ ਵਜਾਉਣ ਵਾਲਾ। ਸੁੰਡ ਹੁੰਦੀ ਹਾਥੀ ਦੀ ਸੁੰਡ, ਅਤੇ ਇੱਕ ਸੁੰਡ ਹੁੰਦੀ ਅਦਰਕ ਸੁਕਾ ਕੇ ਜਿਹੜੀ ਪੰਸਾਰੀ ਦੀ ਹੱਟੀ ਤੋਂ ਮਿਲਦੀ ਆ ਜੀ, ਜਿਹੜੀ ਚਾਹ ਵਗੈਰਾ ਉੱਦਾਂ ਕਿ ਖਾਂਦੇ ਹੁੰਦੇ ਆ ਜੀ। ਠੀਕ ਆ, ਇੱਦਾਂ ਹੀ ਕਿਸੇ ਅੱਖਰ ਆ ਜੀ, ਉਹਨਾਂ ਵਿੱਚ ਦੱਸਿਆ ਕਿ ਜਿਹੜੇ ਅੱਖਰ ਆ ਜੀ ਉਹਦੀ ਜਗ੍ਹਾ ਆ ਅੰਤਰ ਆ ਜਾਂਦਾ ਵਾ। ਇਸ ਕਰਕੇ ਤੁਹਾਨੂੰ ਉਹਦੇ ਅਰਥ ਵੀ ਪਤਾ ਹੋਣੇ ਚਾਹੀਦੇ ਆ। ਤੁਹਾਨੂੰ ਸ਼ੁੱਧ ਵਿੱਚ ਇਹ ਵੀ ਚੀਜ਼ਾਂ ਪੁੱਛ ਸਕਦੇ ਆ। ਆਹ ਪੰਜਾਬੀ ਦਾ ਟੋਪਿਕ ਸੀ ਜੀ। ਜੇ ਤਾਂ ਤੁਸੀਂ ਧਿਆਨ ਨਾਲ ਸਮਝੋਗੇ ਇੱਕ ਚੀਜ਼ ਨੂੰ, ਤਾਂ ਪੰਜਾਬੀ ਸੌਖੀ ਆ ਜੀ। ਇਹਦਾ ਪੇਪਰ ਪਾਸ ਕਰਨਾ ਤੁਹਾਡੇ ਲਈ ਸੌਖਾ ਵਾ, ਕਿਉਂਕਿ ਕੰਪਲਸਰੀ ਪਾਰਟ ਆ ਇਹ ਯਾਰ ਕਿ, ਅਤੇ ਤੁਹਾਨੂੰ ਪਤਾ 50% ਨੰਬਰ ਚਾਹੀਦੇ ਇਹਦੇ ਵਿੱਚੋਂ। ਅਤੇ ਆਲ ਦੀ ਬੈਸਟ ਸਭ ਨੂੰ।